हाँ जी, गुड ईवनिंग जी। स्वागत ਤੁਹਾਡਾ ਸਾਰਿਆਂ ਦਾ ਮਲੂਕਾ IAS ਕਰੰਟ ਅਫੇਅਰਸ ਦੀ ਕਲਾਸ ਦੇ ਵਿੱਚ। ਤੇ ਅੱਜ ਸਾਡਾ ਇਹ ਕਰੰਟ ਅਫੇਅਰਸ ਦਾ 23ਵਾਂ ਲੈਕਚਰ ਹੈ ਜੀ। ਤੇ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੇ ਜੋ 3-4 ਦਿਨਾਂ ਤੋਂ ਸਾਡੀਆਂ ਜੋ ਕਰੰਟ ਅਫੇਅਰਸ ਪਲੱਸ ਪੰਜਾਬ GK ਦੇ ਜੋ ਲੈਕਚਰਸ ਸੀ। ਹਾਂਜੀ ਹਾਂਜੀ, ਗੁੱਡ ਈਵਨਿੰਗ ਜੀ ਰਕਸ਼ਿਤ ਜੀ। ਜੋ ਵੀ ਸਾਡੇ ਲੈਕਚਰ ਇਸ ਤੋਂ ਪਹਿਲਾਂ ਪਿਛਲੇ ਮਤਲਬ 5-7 ਦਿਨਾਂ ਦੇ ਵਿੱਚ ਅਸੀਂ ਕੰਡਕਟ ਕੀਤੇ ਆ, ਉਹ ਚਾਹੇ ਪੰਜਾਬ GK ਦੇ ਨੇ ਜਾਂ ਕਰੰਟ ਅਫੇਅਰਸ ਦੇ ਨੇ, ਉਹਨਾਂ ਦੀਆਂ PDFs ਸਾਡੀ ਜੋ ਐਪ ਆ ਉਹ 'ਤੇ ਅਪਲੋਡ ਹੋ ਚੁੱਕੀ ਹੈ ਜੀ। ਹਾਂਜੀ, ਗੁੱਡ ਈਵਨਿੰਗ ਜੀ ਸ਼ਰਨਜੋਤ ਜੀ, ਵੈਰੀ ਗੁੱਡ ਈਵਨਿੰਗ। ਜੋ ਵੀ ਇਸ ਤੋਂ ਪਹਿਲਾਂ ਸਾਡੀਆਂ ਕਲਾਸਿਸ ਹੋਈਆਂ ਨੇ, ਪਹਿਲਾਂ ਰੈਗੂਲਰਲੀ PDFs ਅਪਲੋਡ ਹੁੰਦੀਆਂ ਸੀ, ਬਟ ਪਿਛਲੀਆਂ 4-5 ਕਲਾਸਿਸ ਦੀਆਂ PDFs ਪੈਂਡਿੰਗ ਸੀ, ਉਹ ਅੱਜ ਅਪਲੋਡ ਕਰ ਦਿੱਤੀਆਂ ਗਈਆਂ ਨੇ ਜੀ। ਮਲੂਕਾ IAS ਜੋ ਸਾਡੀ ਐਪ ਹੈ ਐਂਡਰੋਇਡ ਯੂਜ਼ਰਸ ਦੇ ਲਈ, ਤੇ ਕਲਾਸ ਪਲੱਸ ਐਪ ਹੈ ਜੀ ਆਈਫੋਨ ਯੂਜ਼ਰਸ ਦੇ ਲਈ। ਠੀਕ ਹੈ ਜੀ। ਤੇ ਇੱਕ ਦੋ ਬੱਚਿਆਂ ਨੇ ਕਮੈਂਟ ਕੀਤੇ ਸੀ, ਉਹਨਾਂ ਨੂੰ PDF ਐਕਸੈਸ ਕਰਨ ਦੇ ਵਿੱਚ ਥੋੜੀ ਜਿਹੀ ਕੋਈ ਡਿਫਿਕਲਟੀ ਆ ਰਹੀ ਸੀ, ਤੇ ਵੈਸੇ ਉਹਨਾਂ ਦੀ ਇਹ ਇਸ਼ੂ ਦਾ ਸੋਲਵ ਹੋ ਚੁੱਕੀ ਹੈ। ਜੇ ਤੁਹਾਨੂੰ ਵੀ ਕਿਸੇ ਨੂੰ ਕੋਈ ਇਦਾਂ ਦੀ ਪ੍ਰੋਬਲਮ ਹੋਵੇ ਤਾਂ ਨੀਚੇ ਸਾਡਾ ਨੰਬਰ ਫਲੈਸ਼ ਹੋ ਰਿਹਾ ਜੀ, ਉਹਦੇ ਤੇ ਕਾਲ ਕਰਕੇ ਤੁਸੀਂ ਮਾਰਨਿੰਗ 9 to evening 6 or 7 PM ਦੇ ਵਿੱਚ ਜਦੋਂ ਮਰਜ਼ੀ ਕਾਲ ਕਰਕੇ ਜੇ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆ, ਚਾਹੇ ਐਪ ਦੇ ਰਿਗਾਰਡਿੰਗ ਜਾਂ ਕੋਈ ਹੋਰ ਇਨਫੋਰਮੇਸ਼ਨ ਤੁਸੀਂ ਪੰਜਾਬ PCS ਦੇ ਰਿਗਾਰਡਿੰਗ ਜਾਂ ਜੋ ਸਾਡੇ ਬੈਚ ਚੱਲ ਰਹੇ ਨੇ ਉਹਨਾਂ ਦੇ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਲੈਣੀ ਚਾਹੁੰਦੇ ਤਾਂ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਤੇ PDFs ਪਿਛਲੇ 4-5 ਕਲਾਸਿਸ ਦੀਆਂ ਅਪਲੋਡ ਹੋ ਚੁੱਕੀਆਂ ਨੇ, ਉਹ ਤੁਸੀਂ ਉੱਥੋਂ ਜਾ ਕੇ ਦੇਖ ਸਕਦੇ ਹੋ। ਗੁੱਡ ਈਵਨਿੰਗ ਜੀ ਕਿਰਨਦੀਪ ਜੀ, ਵੈਰੀ ਗੁੱਡ ਈਵਨਿੰਗ। ਚਲੋ ਤੇ ਆਪਾਂ ਅੱਜ ਦੀ ਜੋ ਸਾਡੀ ਕਲਾਸ ਆ ਉਹ ਸਟਾਰਟ ਕਰਦੇ ਹਾਂ ਜੀ। ਵੈਰੀ ਇੰਪੋਰਟੈਂਟ, ਬਹੁਤ ਇੰਪੋਰਟੈਂਟ ਟੌਪਿਕ ਆ, ਥੋੜਾ ਜਿਹਾ ਲੈਂਦੀ ਟੌਪਿਕ ਆ, ਬਟ ਜਿਵੇਂ ਆਪਾਂ ਇਸ ਤੋਂ ਪਹਿਲਾਂ ਜੋ UNFCCC ਯੂਨਾਈਟਿਡ ਨੇਸ਼ਨ ਫਰੇਮਵਰਕ ਕਨਵੈਨਸ਼ਨ ਔਨ ਕਲਾਈਮੇਟ ਚੇਂਜ ਦੀ ਰੀਸੈਂਟ ਜੋ conference of parties 28th conference of parties hui si, we have discussed about that in very detail. In the same way, today we are going to cover the conference of parties of United Nation convention on biodiversity. Recently a convention hui hai, recently conference of parties host hui hai, ਉਹਦੇ ਅੰਡਰ ਕੀ ਇੰਪੋਰਟੈਂਟ ਇਨੀਸ਼ੀਏਟਿਵਸ, ਕੀ ਇੰਪੋਰਟੈਂਟ ਪ੍ਰਪੋਜ਼ਲਸ ਲਏ ਗਏ ਨੇ, ਜਾਂ ਜੋ ਯੂਨਾਈਟਿਡ ਨੇਸ਼ਨ ਕਨਵੈਨਸ਼ਨ ਔਨ ਬਾਇਓਡਾਇਵਰਸਿਟੀ ਆ ਉਹ ਸਾਡੇ ਲਈ ਇੰਪੋਰਟੈਂਟ ਆ, ਉਹਦੇ ਬਾਰੇ ਜੋ ਵੀ ਡਿਟੇਲਸ, ਜੋ ਵੀ ਫੈਕਟਸ ਸਾਡੇ ਪੇਪਰ ਲਈ ਰੈਲੇਵੈਂਟ ਨੇ, ਵੀ ਆਰ ਗੋਇੰਗ ਟੂ ਕਵਰ ਆਲ ਥੀਜ਼ ਇਨ ਵੈਰੀ ਡਿਟੇਲ, ਸੋ ਦੈਟ ਤੁਹਾਨੂੰ ਉਹਨਾਂ ਬਾਰੇ ਸਭ ਕੁਝ ਇਸ PPT ਇਸ ਕਲਾਸ ਦੇ ਵਿੱਚ ਮਿਲ ਜਾਏ। ਤੇ ਜੋ ਵੀ CVD ਬਾਰੇ ਜਾਂ ਕਾਨਫਰੰਸ ਆਫ ਪਾਰਟੀ ਜੋ ਰੀਸੈਂਟਲੀ ਇਹਨਾਂ ਦੀ ਹੋਈ ਆ ਉਹਦੇ ਬਾਰੇ ਜੋ ਵੀ ਇੰਪੋਰਟੈਂਟ ਹੈ ਉਹ ਤੁਹਾਨੂੰ ਸਾਰਾ ਅੱਜ ਦੀ ਕਲਾਸ ਦੇ ਵਿੱਚ ਕਵਰ ਹੋ ਜੂ, ਕਿਤੋਂ ਹੋਰ ਤੁਹਾਨੂੰ ਪੜ੍ਹਨ ਦੀ ਲੋੜ ਨਹੀਂ ਹੈ ਉਹਦੇ ਬਾਰੇ। ਠੀਕ ਹੈ ਜੀ। ਪਹਿਲਾਂ ਤੁਹਾਡੇ ਲਈ ਕੁਐਸਚਨ ਹੈ ਜੀ, ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ ਐਂਡ ਚੂਜ਼ ਦਾ ਕਰੈਕਟ ਆਪਸ਼ਨ। ਫਸਟ ਆਪਸ਼ਨ ਇਜ਼ ਯੂਨਾਈਟਿਡ ਨੇਸ਼ਨਸ ਕਨਵੈਨਸ਼ਨ ਔਨ ਬਾਇਓਡਾਇਵਰਸਿਟੀ ਐਂਡ ਯੂਨਾਈਟਿਡ ਨੇਸ਼ਨਸ ਫਰੇਮਵਰਕ ਕਨਵੈਨਸ਼ਨ ਔਨ ਕਲਾਈਮੇਟ ਚੇਂਜ ਵਰ ਸੈਟ ਅਪ ਅੰਡਰ ਏਜੰਡਾ 21। ਠੀਕ ਹੈ ਜੀ। ਇਹ ਆਪਾਂ ਕਲਾਸ ਦੇ ਵਿੱਚ ਡਿਸਕਸ ਵੀ ਕੀਤਾ ਸੀ ਇਹਦੇ ਬਾਰੇ। ਤੇ ਫਸਟ ਸਟੇਟਮੈਂਟ ਇਹ ਕਹਿ ਰਹੀ ਹੈ ਕਿ UNFCCC ਐਂਡ UNCBD both are set up, both have been set up under Agenda 21. Second statement है जी Agenda 21 बारे, Agenda 21 was adopted under second Earth Summit, and third option is headquarters of UNCBD is located in Nairobi, Kenya. ਤੇ ਤੁਸੀਂ ਦੱਸਣਾ ਨਾ ਜੋ ਕਿਹੜੀਆਂ ਸਟੇਟਮੈਂਟਸ ਕਰੈਕਟ ਨੇ। ਠੀਕ ਹੈ ਜੀ। ਚਲੋ ਹੁਣ ਅਸੀਂ ਨਿਊਜ਼ ਦੀ ਗੱਲ ਕਰਦੇ ਹਾਂ ਜੀ। ਵਾਈ ਇਜ਼ ਇਨ ਨਿਊਜ਼? ਰੀਸੈਂਟਲੀ United Nation Convention on Biodiversity's 15th Conference of Parties was hosted in Montreal in Canada. ਉਹਦਾ ਸੈਕੰਡ ਪਾਰਟ ਸੀ ਇਹ ਕਾਨਫਰੰਸ ਆਫ ਪਾਰਟੀ, ਦੋ ਪਾਰਟਸ ਦੇ ਵਿੱਚ ਹੋਈ ਆ, ਧਿਆਨ ਰੱਖਿਓ। ਫਸਟ ਪਾਰਟ was hosted in China, Kunming in 2021, and ਉਹਦਾ ਜੋ ਸੈਕੰਡ ਪਾਰਟ ਹੈ ਜਾਂ ਉਸ ਮੀਟਿੰਗ ਦੀ ਸੈਕੰਡ ਲੈਗ, ਇਟ ਵਾਜ਼ ਹੋਸਟਡ ਇਨ ਮੌਂਟਰੀਅਲ ਕੈਨੇਡਾ, ਜੋ ਕੱਲ ਹੀ ਪਰਸੋਂ ਉਹ ਕਾਨਫਰੰਸ ਸਮਾਪਤ ਹੋਈ ਹੈ। ਠੀਕ ਹੈ ਜੀ।
वेरी इंपॉर्टेंट, ध्यान रखियो 2 पार्ट्स दे विच होस्ट की गई है। कित्थे कित्थे होस्ट हुई है जी? मॉन्ट्रियल इन कैनेडा एंड फर्स्ट वॉज इन कनमिंग इन चाइना। देन व्हाट इज कन्वेंशन ऑन बायोलॉजिकल डाइवर्सिटी? कन्वेंशन ऑन बायोलॉजिकल डाइवर्सिटी की है जी? वेरी इंपॉर्टेंट, ये साडे पेपर लिए बहुत इंपॉर्टेंट है, क्योंकि PCS या UPSC दे विच इन्वायरनमेंट जो सब्जेक्ट है ना, वो काफ़ी एक उन्होंने वेटेज है, क्योंकि एक तो इन्वायरनमेंट जो सब्जेक्ट है वो करंट अफेयर्स बेस्ड सब्जेक्ट है। जिन्नियां बाकी जिमें आप कह लीए भी क्लाइमेट चेंज एक बहुत बड़ा टॉपिक है अज दे टाइम का। सो इन्वायरनमेंट या क्लाइमेट चेंज या उहदे नाल रिलेटेड जो भी इशूज़ ने वो साडे पेपर लिए बहुत इंपॉर्टेंट ने, वो चाहे PCS है चाहे UPSC है। सो CBD जो जदों असीं इन्वायरनमेंट दीयां क्लासेस दे विच कन्वेंशनस पढ़ते हैं कुछ इन्वायरनमेंट के रिलेटेड, उन्हां दे विच एक इंपॉर्टेंट कन्वेंशन है जी UN-CBD, उहदे बारे अज आपां डिस्कस करांगे। UN कन्वेंशन ऑन बायोलॉजिकल डाइवर्सिटी है की है? इट इज़ अ मल्टीलेटरल एग्रीमेंट टू कंजर्व एंड प्रमोट सस्टेनेबल यूज ऑफ अर्थस बायोडाइवर्सिटी। अर्थ की बायोडाइवर्सिटी नूं कंजर्व करन दे लई ते उहदे सस्टेनेबल यूज नूं प्रमोट करन दे लई एक मल्टीलेटरल एग्रीमेंट है कन्वेंशन ऑन बायोलॉजिकल डाइवर्सिटी, यूनाइटेड नेशन के अंडर आउंदी है। वेरी इंपॉर्टेंट, इट वॉज ओपन फॉर सिग्नेचर एट द फर्स्ट अर्थ समिट इन रियो डी जनेरो इन 1992। ध्यान रखियो, फर्स्ट अर्थ समिट, ये क्वेश्चन च पूछा जाता फैक्ट है। फर्स्ट अर्थ समिट वॉज हेल्ड इन रियो डी जनेरो इन 1992। तो तुहाडे लई क्वेश्चन है कि रियो डी जनेरो आ जो ये किस कंट्री की कैपिटल आ? तुसीं कमेंट करके दसो रियो डी जनेरो इज कैपिटल ऑफ विच कंट्री एंड वो कंट्री किहड़े कॉन्टीनेंट का पार्ट आ? ठीक है जी, कमेंट करके दसो। 1992 ਦੇ ਵਿੱਚ ਸਾਈਨ ਹੋਈ ਸੀ ਤੇ 1993 ਦੇ ਵਿੱਚ ਇਟ ਐਂਟਰਡ ਇਨਟੂ ਫੋਰਸ। ਵੈਰੀ ਇੰਪੋਰਟੈਂਟ। ਆ ਜੋ ਇਹਨਾਂ ਦਾ ਲੋਗੋ ਹੈ। ਦੈਨ ਦ ਸੈਕਟਰੀਏਟ ਆਫ ਦ ਕਨਵੈਨਸ਼ਨ, CBD ਦੀ ਗੱਲ ਕਰ ਰਹੇ ਹਾਂ ਜੀ। यूनाइटेड नेशन कन्वेंशन ऑन बायोलॉजिकल डाइवर्सिटी इज ऑल्सो नोन एज UNCBD। तो CBD है जो UNCBD इन्हों का सैकटरीएट इज बेस्ड इन मॉन्ट्रियल कैनेडा। वेरी इंपॉर्टेंट, ये फैक्ट साडे लिए इंपॉर्टेंट आ। Its secretariat is in Montreal, Canada. Then member nations. The convention has been ratified by 196 nations, and United States is the only UN member which has not ratified the convention. बहुत important, ध्यान रखियो। US ने जो United States है, United States of America है, is not a part of UNCBD, is not a member to UNCBD। वेरी इंपॉर्टेंट, ठीक है जी। देन प्रोटोकॉल्स अंडर UNCBD, यूनाइटेड नेशन कोई भी कन्वेंशन आ उहदियां जो मीटिंग्स होंदियां उन्हां दे अंडर कुछ ना कुछ नवे प्रोटोकॉल्स अडोप्ट किए जाते हैं। तो UNCBD के अंडर किहड़े प्रोटोकॉल्स ने जिहड़े साडे पेपर लिए रेलेवेंट ने जी? देयर आर मेनली 2 सप्लीमेंटरी एग्रीमेंट्स अंडर CBD। किहड़े ने जी? वो वन इज कार्टाजीना प्रोटोकॉल ऑन बायोसेफ्टी, कार्टाजीना प्रोटोकॉल ऑन बायोसेफ्टी। ये की गल करदा जी? कार्टाजीना काहदे बारे गल करदा? इट गवर्नस द इंटरनेशनल मूवमेंट ऑफ लिविंग मॉडिफाइड ऑर्गेनिजम्स रिजल्टिंग फ्रॉम मॉडर्न टेक्नोलॉजी। ठीक है जी, मॉडर्न बायोटैक्नोलॉजी दे करके जो जीवत सोधे हुए जीव ने जिहड़े उन्हां दी जो इंटरनेशनल लैवल ते व्यापार हो रहा, मूवमेंट हो रही है, ਉਹਨੂੰ कंट्रोल करता है। वेरी इंपॉर्टेंट, ये इस तरह पूछा जा सकता कि कार्टाजीना प्रोटोकॉल इज रिलेटेड टू वट? ये लिविंग मॉडिफाइड ऑर्गेनिजम्स दे नाल कंसर्नड आ, उन्हां दी मूवमेंट नूं रोकदा, ट्रांसबाउंडरी मूवमेंट नूं। ठीक है जी। तो कार्टाजीना इज अ प्लेस इन कोलंबिया, तो जिथे मीट हुई सी UNCBD दी, जिहदे अंडर कार्टाजीना प्रोटोकॉल ऑन बायोसेफ्टी अडोप्ट किया गया सी। ठीक है जी। साउथ अमेरिका, हाँ जी हाँ जी। ब्राज़ील, रियो डी जनेरो इज द कैपिटल ऑफ ब्राज़ील। इट इज़ इन साउथ अमेरिका। तो डिवेलप्ड नेशन नूं 200 बिलियन, हाँ जी हाँ जी, ठीक है जी गुरप्रीत जी। USA ते वैटिकन सिटी दोनों सपोर्ट करते हैं इस कन्वेंशन नूं, इस नवे फ्रेमवर्क नूं जिहदे बारे गल करांगे। तो दोनों वो इहदे मैंबर नेशनस नहीं है। देन सैकेंड वन वाज नेगोआ प्रोटोकॉल। नेगोआ प्रोटोकॉल काहदी गल करदा जी? नेगोआ प्रोटोकॉल टॉक्स अबाउट
access to genetic resources and fair and equitable sharing of benefits arising from their utilization। ਜਿਹੜੇ ਵੀ ਜੈਨੇਟਿਕ ਰਿਸੋਰਸਿਸ ਨੇ ਬਾਇਓਡਾਇਵਰਸਿਟੀ ਦੇ ਨਾਲ ਰਿਲੇਟਡ ਉਹਨਾਂ ਤੱਕ ਕਹਿ ਲਓ ਪਹੁੰਚ ਵਧਾਉਣ ਦੀ ਗੱਲ ਕਰਦਾ ਇਹ, ਪਲੱਸ ਉਹਨਾਂ ਦੇ ਯੂਟੀਲਾਈਜੇਸ਼ਨ ਤੋਂ ਜਿਹੜੇ ਵੀ ਬੈਨੀਫਿਟਸ ਹੋਣਗੇ ਉਹਨਾਂ ਦਾ ਫੇਅਰ ਐਂਡ ਇਕੁਇਟੇਬਲ ਸ਼ੇਅਰਿੰਗ ਅਮੰਗ ਦਾ ਮੈਂਬਰ ਨੇਸ਼ਨਸ, ਉਹਦੇ ਬਾਰੇ ਗੱਲ ਕਰਦਾ ਨੈਗੋਆ ਪ੍ਰੋਟੋਕੋਲ। ਠੀਕ ਹੈ ਜੀ। ਦੈਨ ਵਾਟ ਇਜ਼ ਕਾਨਫਰੰਸ ਆਫ ਪਾਰਟੀਜ਼। ਹੁਣ ਆਪਾਂ ਇਹਦਾ ਹੋ ਗਿਆ CBD ਬਾਰੇ। ਜੋ CBD ਬਾਰੇ ਸਾਨੂੰ ਕੁਝ ਫੈਕਟਸ ਯਾਦ ਕਰਨ ਦੀ ਲੋੜ ਆ, ਸਾਨੂੰ ਪਤਾ ਹੋਣੇ ਚਾਹੀਦੇ ਨੇ, ਉਹਨਾਂ ਦੀ ਗੱਲ ਹੋ ਗਈ। ਦੈਨ ਨੈਕਸਟ ਸਾਡੇ ਕੋਲ ਆਉਂਦਾ ਜੀ ਕਾਨਫਰੰਸ ਆਫ ਪਾਰਟੀਜ਼, ਜਿਹੜੀ ਰੀਸੈਂਟਲੀ ਹੋਈ ਆ ਉਹਦੀ ਗੱਲ ਕਰਾਂਗੇ। ਵਾਟ ਇਜ਼ ਕਾਨਫਰੰਸ ਆਫ ਪਾਰਟੀਜ਼, ਹੁੰਦੀ ਕੀ ਹੈ ਜੀ। ਕਾਨਫਰੰਸ ਆਫ ਪਾਰਟੀਜ਼ ਕਿਸੇ ਵੀ ਕਨਵੈਨਸ਼ਨ ਦੀ ਗਵਰਨਿੰਗ ਬੋਡੀ ਹੁੰਦੀ ਹੈ। ਠੀਕ ਹੈ। ਕਾਨਫਰੰਸ ਆਫ ਪਾਰਟੀਜ਼ ਇਜ਼ ਦਾ ਗਵਰਨਿੰਗ ਬੋਡੀ ਆਫ ਦਾ ਕਨਵੈਨਸ਼ਨ ਐਂਡ ਰੀਸੈਂਟਲੀ ਤੁਹਾਨੂੰ ਦੱਸਿਆ ਕਿ 15th COP ਵਾਜ਼ ਹੈਲਡ ਇਨ ਮੌਂਟਰੀਅਲ। ਦੈਨ ਅਬਾਊਟ 15th ਕਾਨਫਰੰਸ ਜਿਹੜੀ ਹੋਈ ਆ 15th ਕਾਨਫਰੰਸ, ਇਹਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ, ਵੈਰੀ ਇੰਪੋਰਟੈਂਟ। ਧਿਆਨ ਰੱਖਿਓ ਇਹਦਾ ਸੈਕੰਡ ਜੋ ਮੀਟਿੰਗ ਇਹਦਾ ਸੈਕੰਡ ਪਾਰਟ ਹੈ, ਇਟ ਵਾਜ਼ ਹੋਸਟਡ ਇਨ ਮੌਂਟਰੀਅਲ। ਬਟ ਜੋ 15th ਕਾਨਫਰੰਸ ਆਫ ਪਾਰਟੀਜ਼ ਆ UN CBD ਦੀ, ਇਹਦਾ ਪ੍ਰੈਜ਼ੀਡੈਂਟ ਕੌਣ ਹੈ ਜੀ, ਇਹਨੂੰ ਪ੍ਰੀਸਾਈਡ ਕਰ ਰਿਹਾ ਚਾਈਨਾ। ਵੈਰੀ ਇੰਪੋਰਟੈਂਟ, ਕਿਉਂਕਿ ਸਾਨੂੰ ਲੱਗਦਾ ਵੀ ਇਹ ਮੀਟਿੰਗ ਹੈ ਜਿਹੜੀ ਇਹ ਕਾਨਫਰੰਸ ਮੌਂਟਰੀਅਲ ਕੈਨੇਡਾ ਦੇ ਵਿੱਚ ਹੋਈ ਆ, ਤਾਂ ਹੋ ਸਕਦਾ ਕੈਨੇਡਾ ਹੀ ਇਹਦਾ ਕਰੰਟ ਪ੍ਰੈਜ਼ੀਡੈਂਟ ਹੋਵੇ। ਨਹੀਂ, ਇਹਦੀ ਜੋ ਕਰੰਟ ਕਾਨਫਰੰਸ ਆਫ ਪਾਰਟੀਜ਼ ਹੋਈ ਹੈ ਇਹਨੂੰ ਪ੍ਰੀਸਾਈਡ ਕੀਤਾ ਚਾਈਨਾ ਨੇ, ਬਟ ਇਹ ਹੋਸਟ ਕੀਤੀ ਗਈ ਆ ਮੌਂਟਰੀਅਲ ਕੈਨੇਡਾ ਦੇ ਵਿੱਚ। ਓਰੀਜਨਲੀ the 15th conference of parties was scheduled to be held in 2020 2020 ਦੇ ਵਿੱਚ ਚਾਈਨਾ 'ਚ ਹੋਣੀ ਸੀ, ਬਟ ਡਿਊ ਟੂ ਕੋਵਿਡ ਇਹਨੂੰ ਪੋਸਟਪੋਨ ਕਰਤਾ ਤੇ 2021 ਦੇ ਵਿੱਚ ਇਹਦਾ ਫਸਟ ਪਾਰਟ ਹੋਸਟ ਹੋਇਆ ਚਾਈਨਾ ਦੇ ਵਿੱਚ ਇਨ ਕਨਮਿੰਗ, ਐਂਡ ਉੱਥੇ ਚਾਈਨਾ ਦੇ ਵਿੱਚ ਹੁਣ ਕੋਵਿਡ ਫੇਰ ਤੋਂ ਵੱਧ ਰਿਹਾ, ਜਿਹਦੇ ਕਰਕੇ ਜੋ ਇਹਦਾ ਸੈਕੰਡ ਪਾਰਟ ਆ ਇਟ ਵਾਜ਼ ਹੈਲਡ ਇਨ ਮੌਂਟਰੀਅਲ ਕੈਨੇਡਾ। ਠੀਕ ਹੈ ਜੀ। ਤੇ ਇਹਦਾ ਪ੍ਰੈਜ਼ੀਡੈਂਟ ਆ ਜੋ ਇਸ ਪੂਰੀ ਕਨਵੈਨਸ਼ਨ ਨੂੰ, ਦੋਨੋਂ ਪਾਰਟਸ ਨੂੰ, ਇਹਦੇ ਨੂੰ ਕਾਨਫਰੰਸ ਆਫ ਪਾਰਟੀਜ਼ ਦੇ ਦੋਨੋਂ ਪਾਰਟਸ ਨੂੰ ਪ੍ਰੀਸਾਈਡ ਕਿਹਨੇ ਕੀਤਾ ਜੀ, ਇਟ ਵਾਜ਼ ਪ੍ਰੀਸਾਈਡਡ ਬਾਈ ਚਾਈਨਾ। ਤੇ ਇਹ ਜੋ ਕਾਨਫਰੰਸ ਆਫ ਪਾਰਟੀਜ਼ ਹੋਈ ਆ 15th, ਉਹਦਾ ਲੋਗੋ ਹੈ। ਤੇ ਜਦੋਂ ਵੀ ਕਾਨਫਰੰਸਿਸ ਜਾਂ ਕੋਈ ਮੀਟਿੰਗਸ ਹੁੰਦੀਆਂ ਨੇ ਨਾ ਇੰਟਰਨੈਸ਼ਨਲੀ ਰੈਲੇਵੈਂਟ, ਜੋ ਇੰਟਰਨੈਸ਼ਨਲ ਇੰਪੋਰਟੈਂਸ ਹੁੰਦੀ ਹੈ ਜਿਨ੍ਹਾਂ ਦੀ, ਉਹਨਾਂ ਦੇ ਕੁਛ ਨਾ ਕੁਛ ਕਹਿ ਲਓ ਥੀਮ ਜਾਂ ਕੁਛ ਸਲੋਗਨਸ ਹੁੰਦੇ ਨੇ, ਉਹ ਵੀ ਸਾਡੇ ਪੇਪਰ ਲਈ ਇੰਪੋਰਟੈਂਟ ਨੇ, ਸਾਨੂੰ ਪਤਾ ਹੋਣੇ ਚਾਹੀਦੇ ਨੇ। ਕਾਨਫਰੰਸ ਆਫ ਪਾਰਟੀਜ਼ 15th ਜੋ ਹੋਈ ਹੈ, ਇਹਦਾ ਸਲੋਗਨ ਜਾਂ ਇਹਦਾ ਥੀਮ ਕੀ ਹੈ ਜੀ, ਇਟ ਇਜ਼ ਇਕੋਲੋਜੀਕਲ ਸਿਵਲਾਈਜੇਸ਼ਨ ਬਿਲਡਿੰਗ ਅ ਸ਼ੇਅਰਡ ਫਿਊਚਰ ਫॉर ऑल ਲਾਈਫ ਔਨ ਅਰਥ। ਵੈਰੀ ਇੰਪੋਰਟੈਂਟ, ਧਿਆਨ ਰੱਖਿਓ, ਇਹ ਹੈ ਜੋ ਇਹਦਾ ਥੀਮ ਹੈ ਜੀ। ਕਾਨਫਰੰਸ ਆਫ ਪਾਰਟੀਜ਼ ਜੋ 15th ਹੋਈ ਆ ਉਹਦਾ ਥੀਮ ਹੈ ਇਕੋਲੋਜੀਕਲ ਸਿਵਲਾਈਜੇਸ਼ਨ ਬਿਲਡਿੰਗ ਅ ਸ਼ੇਅਰਡ ਫਿਊਚਰ ਫॉर ऑल ਲਾਈਫ ਔਨ ਦਾ ਅਰਥ। ਕਨਮਿੰਗ ਤੇ ਮੌਂਟਰੀਅਲ ਦੋਨਾਂ 'ਚ ਹੋਈ ਆ। ਦੈਨ ਜਦੋਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਦੋਂ ਵੀ ਕੋਈ ਕਾਨਫਰੰਸ ਹੁੰਦੀ ਆ ਉਹਦੇ 'ਚ ਕੁਛ ਨਾ ਕੁਛ ਆਊਟਕਮਸ ਹੁੰਦੀਆਂ ਨੇ, ਜਿਵੇਂ ਪਹਿਲਾਂ ਅਸੀਂ ਨਗੋਆ ਪ੍ਰੋਟੋਕਾਲ ਤੇ ਕਾਰਟਾਜੀਨਾ ਪ੍ਰੋਟੋਕਾਲ ਦੀ ਗੱਲ ਕੀਤੀ ਆ, ਉਸੇ ਤਰ੍ਹਾਂ ਜੋ ਹੁਣ ਰੀਸੈਂਟਲੀ ਮੌਂਟਰੀਅਲ ਦੇ ਵਿੱਚ 15th COP ਹੋਈ ਆ ਉਹਦੇ ਅੰਡਰ ਵੀ ਕੁਛ ਨਾ ਕੁਛ ਨਵੇਂ ਕੁਛ ਆਊਟਕਮਸ ਕੁਛ ਨਿਕਲ ਕੇ ਆਈਆਂ ਹੋਣੀਆਂ, ਕੋਈ ਨਵਾਂ ਇਨੀਸ਼ੀਏਟਿਵ ਲਿਆ ਗਿਆ ਹੋਣਾ। ਗੁਰਪ੍ਰੀਤ ਜੀ ਪੁੱਛ ਰਹੇ ਨੇ ਸਰ ਇਹ ਆਫਟਰ 2 ਈਅਰ ਹੁੰਦੀ ਜਾਂ ਆਫਟਰ 3 ਈਅਰ। ਇਹ ਆਫਟਰ 2 ਈਅਰਸ ਹੁੰਦੀ ਹੈ ਜੀ। ਜਿਹੜੀ ਸਾਡੀ 15th ਕਾਨਫਰੰਸ ਆਫ ਪਾਰਟੀਜ਼ ਹੈ 2020 ਦੇ ਵਿੱਚ ਹੋਣੀ ਸੀ। ਇਸ ਤੋਂ ਪਹਿਲਾਂ ਜੋ 14ਵੀਂ ਕਾਨਫਰੰਸ ਆਫ ਪਾਰਟੀਜ਼ ਹੋਈ ਸੀ ਦੈਟ ਵਾਜ਼ ਇਨ 2018 ਤੇ 2020 ਦੇ ਵਿੱਚ 15ਵੀਂ ਹੋਣੀ ਸੀ, ਬਟ ਡਿਊ ਟੂ ਕੋਵਿਡ ਇਹਨੂੰ ਪੋਸਟਪੋਨ ਕੀਤਾ ਗਿਆ ਤੇ 2021 ਚ ਫਸਟ ਪਾਰਟ, 2022 ਚ ਦਾ ਸੈਕੰਡ ਪਾਰਟ ਹੋਇਆ। ਤੇ ਜਿਹੜੀ ਨੈਕਸਟ ਸਾਡੀ 16th ਕਾਨਫਰੰਸ ਆਫ ਪਾਰਟੀਜ਼ ਹੋਣੀ ਆ ਦੈਟ ਇਜ਼ ਗੋਇੰਗ ਟੂ ਬੀ ਹੈਲਡ ਇਨ 2024। ਸੋ ਜੋ ਇਹਨਾਂ ਦੇ ਗਾਈਡਲਾਈਨਸ ਨੇ ਜਾਂ ਇਹਨਾਂ ਦੇ ਰੂਲਸ ਨੇ ਉਹਨਾਂ ਦੇ ਅਕੋਰਡਿੰਗ ਐਵਰੀ 2 ਈਅਰਸ ਇਹ ਮੀਟ ਹੁੰਦੀ ਆ, ਬਟ ਜੇ ਕੋਈ ਅਨਸਰਟਨ ਕੰਡੀਸ਼ਨਸ ਨੇ ਜਿੱਦਾਂ ਕੋਵਿਡ ਸੀ ਜਾਂ ਕੁਝ ਹੋਰ ਆ ਉਹਦੇ ਕਰਕੇ ਇਹਨਾਂ ਨੂੰ ਪੋਸਟਪੋਨ ਕੀਤਾ ਜਾ ਸਕਦਾ। ਠੀਕ ਹੈ ਜੀ। ਹੁਣ ਅਸੀਂ ਗੱਲ ਕਰਦੇ ਹਾਂ ਕਾਨਫਰੰਸ ਆਫ ਪਾਰਟੀਜ਼ ਜੋ 15th ਹੋਈ ਆ ਇਹਦੀ ਕੀ ਆਊਟਕਮ ਹੈ ਜੀ। ਵੈਰੀ ਇੰਪੋਰਟੈਂਟ, ਇਹ ਸਾਨੂੰ ਪਤਾ ਹੋਣਾ ਚਾਹੀਦਾ। ਕਨਮਿੰਗ ਮੌਂਟਰੀਅਲ ਗਲੋਬਲ ਬਾਇਓਡਾਇਵਰਸਿਟੀ ਫਰੇਮਵਰਕ, ਵੈਰੀ ਇੰਪੋਰਟੈਂਟ। ਠੀਕ ਹੈ ਜੀ। ਕਨਮਿੰਗ ਮੌਂਟਰੀਅਲ ਗਲੋਬਲ ਬਾਇਓਡਾਇਵਰਸਿਟੀ ਫਰੇਮਵਰਕ ਜੋ ਇਸ ਕਨਵੈਨਸ਼ਨ ਦੇ ਇਸ UN CBD ਦੇ 196 ਮੈਂਬਰ ਨੇਸ਼ਨਸ ਨੇ, ਉਹਨਾਂ ਦੇ ਵਿੱਚੋਂ 188 ਮੈਂਬਰ ਨੇਸ਼ਨਸ ਹੈਵ ਸਪੋਰਟਡ this framework. Member countries have agreed on this new framework to halt, ਕਾਹਦੇ ਲਈ ਹੈ ਜੀ framework ਇਹ? It is to halt the sharp and steady loss of biological species. Biological species ਦਾ ਜਿਹੜਾ loss ਹੋ ਰਿਹਾ ਉਸ loss ਨੂੰ ਰੋਕਣ ਦੇ ਲਈ
एक नवा फ्रेमवर्क तैयार किया गया जिन्होंने असीं कहने कनमिंग मॉन्ट्रियल फ्रेमवर्क कन्वेंशन बायोडाइवर्सिटी फ्रेमवर्क, ठीक है जी। कनमिंग मॉन्ट्रियल ग्लोबल बायोडाइवर्सिटी फ्रेमवर्क, ये बायोलॉजिकल स्पीशीज़ के लॉस ਨੂੰ ਉਹਨਾਂ ਦੇ ਐਕਸਟਿੰਕਸ਼ਨ ਨੂੰ ਰੋਕਣ ਦੇ ਲਈ ਬਣਾਇਆ ਗਿਆ। दिस फ्रेमवर्क सैट्स आउट 4 गोल्स, वेरी इंपॉर्टेंट, ये भी सानू पता होना चाहिए भी ये किन्ने गोल ने किन्ने टारगेट्स ने, पूछे जा सकते हैं पेपर च इस तरह। ये जो फ्रेमवर्क है जी ये अंडर 4 गोल्स जिहड़े 2050 तक अचीव करने ने, 4 गोल्स फॉर 2050 एंड 23 टारगेट्स फॉर 2030। 23 टारगेट ने जिहड़े 2030 तक अचीव करने ने ते 4 गोल ने 2050 तक अचीव करने ने। दीज टू टुगेदर कॉन्स्टिट्यूट्स पोस्ट 2020 ग्लोबल बायोडाइवर्सिटी फ्रेमवर्क, वेरी इंपॉर्टेंट। इनू असीं कहने इनू कहने पोस्ट 2020 ग्लोबल बायोडाइवर्सिटी फ्रेमवर्क, जिहदे अंडर 2 सैगमेंट्स ने। पहला 4 गोल ने जिहड़े 2050 तक अचीव करने ने, दैन सैकेंड 23 टारगेट्स ने जिहड़े 2030 तक अचीव करने ने। तो इनू असीं पोस्ट 2020 ग्लोबल बायोडाइवर्सिटी फ्रेमवर्क क्यों कहने आ? बिकॉज 2020 तो पहला जिहड़ा फ्रेमवर्क सी दैट वाज कॉल्ड आईची टारगेट्स, ठीक है जी। वो टारगेट 2010 ਦੇ ਵਿੱਚ ਅਡਾਪਟ ਕੀਤੇ ਗਏ ਸੀ। CBD ਦੀ ਕਾਨਫਰੰਸ ਆਫ ਪਾਰਟੀਜ਼ ਹੋਈ 2010 ਦੇ ਵਿੱਚ, ਜਿਹਦੇ ਅੰਡਰ ਆਈਚੀ ਟਾਰਗੇਟਸ ਵਰ ਅਚੀਵਡ ਵਰ ਅਡਾਪਟਡ, ਤੇ ਉਹਦੇ ਵਿੱਚ ਟੋਟਲ 20 ਟਾਰਗੇਟ ਸੀ ਜਿਹੜੇ 2020 ਤੱਕ ਅਚੀਵ ਕਰਨੇ ਸੀ। ਤੇ ਉਹਨਾਂ ਟਾਰਗੇਟਸ ਦਾ ਟਾਈਮ ਪੀਰੀਅਡ ਹੈ ਜੋ 2020 ਚ ਕੰਪਲੀਟ ਹੋ ਗਿਆ, ਬਟ ਬਾਇਓਡਾਈਵਰਸਿਟੀ ਦਾ ਲਾਸ ਹਲੇ ਵੀ ਹੋ ਰਿਹਾ। ਸੋ ਉਸ ਲਾਸ ਨੂੰ ਹੌਲਟ ਕਰਨ ਦੇ ਲਈ, ਉਸ ਲਾਸ ਨੂੰ ਚੈੱਕ ਕਰਨ ਦੇ ਲਈ, ਲਾਸ ਨੂੰ ਰੋਕਣ ਦੇ ਲਈ ਇੱਕ ਨਵਾਂ ਫਰੇਮਵਰਕ ਚਾਹੀਦਾ ਸੀ, ਜਿਹਨੂੰ ਅਸੀਂ ਕਹਿੰਦੇ ਆ ਪੋਸਟ 2020 ਗਲੋਬਲ ਬਾਇਓਡਾਈਵਰਸਿਟੀ ਫਰੇਮਵਰਕ। ਉਹਨੂੰ ਹੁਣ ਅਸੀਂ ਅਡਾਪਟ ਕਰ ਲਿਆ। ਉਹਦਾ ਆਫੀਸ਼ੀਅਲ ਨਾਮ ਹੈ ਕਨਮਿੰਗ ਮੌਂਟਰੀਅਲ ਗਲੋਬਲ ਬਾਇਓਡਾਇਵਰਸਿਟੀ ਫਰੇਮਵਰਕ, ਜਿਹਦੇ ਅੰਡਰ 2 ਸੈਗਮੈਂਟਸ ਨੇ, 4 goals to be achieved by 2050 and 23 targets which are to be achieved by 2030, ठीक है जी। आओ भी लिखिया by it is called post 2020 framework because इस तो पहला आईची टारगेट्स। सो ध्यान रखियो जो मॉन्ट्रियल कनमिंग मॉन्ट्रियल ग्लोबल बायोडाइवर्सिटी फ्रेमवर्क आ, इन्हें आईची टारगेट्स नू रिप्लेस किया कह लो, जां आईची टारगेट्स दा एज अ फॉलो ऑन इनीशिएटिव असीं अडॉप्ट किया, वेरी इंपॉर्टेंट। आईची टारगेट्स दे विच 20 टारगेट सी टोटल। तो एक तुहाडे लई होर क्वेश्चन है जी, SDGs सस्टेनेबल डेवलपमेंट गोल्स, इन्हां दा टाइम पीरीयड कदों तो कदों तक है, मतलब कदों तक SDGs अचीव करने ने, इन्हां दा टाइम पीरीयड रखिया गया एक। ते तुसीं दसना इहदे विच टोटल किन्ने टारगेट किन्ने गोल ने, ठीक है जी। हाउ मैनी गोल्स आर देयर अंडर SDGs एंड इन्हां नूं असीं कदों तक अचीव करना, इन्हां दी जो टाइम लाइन है, टारगेट डेट आप रखी है, टारगेट टाइम रखा भी कदों तक अचीव करना, वो दसो किहड़े साल तक इन्हां नूं अचीव करना। फिर आप गल कर लीए 4 गोल्स की, जिहड़े इहदे अंडर गोल रखे ने वो भी साडे लई इंपॉर्टेंट ने। जिवें तुहानूं दस्सिया भी नंबर ऑफ गोल्स भी पूछे जा सकते हैं, प्लस वो गोल्स बारे वैसे ही पूछा जा सकता कि किहड़े-किहड़े गोल्स ने। मेनटेनिंग इकोसिस्टम्स इंटैग्रिटी एंड हेल्थ, इकोसिस्टम की इंटैग्रिटी ते उहदी हेल्थ नूं मेनटेन करना जी, सो दैट असीं एक्सटिंक्शन नूं रोक सकीए। जिहड़ा स्पीशीज़ का एक्सटिंक्शन हो रहा उस एक्सटिंक्शन नूं असीं रोक सकीए, उहदे लई इकोसिस्टम की इंटैग्रिटी एंड हेल्थ नूं मेनटेन करना फस्ट गोल है। सैकेंड गोल इज़ मैजरिंग एंड वैल्यूइंग इकोसिस्टम सर्विसिज। जिहड़ी साडी बायोडाइवर्सिटी आ, बायोडाइवर्सिटी का मतलब हुंदा जीव विभिन्नता, है ना, मतलब जीवां दे विच किन्ना किन्ना डिफरेंस है, मतलब किन्ना किन्ना फैक्टर्स के बेसिस ते कह लो या किन्ना किन्ना पॉइंट्स ते एक जीव दूसरे जीव नालों अलग है, उहदे नालों विभिन्न है, उहनूं असीं कहने आ बायोडाइवर्सिटी। बायो मतलब जीव, डाइवर्सिटी मतलब डिफरेंस या विभिन्नता, ठीक है जी। ये उन्होंने जेनेटिक लैवल पर भी हो सकती है, ये उन्होंने स्पीशीज़ लैवल पर भी हो सकती है ना। जिवें असीं देखते हैं एक ह्यूमन स्पीशीज़ आ, उत्थे एनीमल स्पीशीज़ भी रहिंदियां ने, सो वो एक बायोडाइवर्सिटी का एक पॉइंट हो गया, एक पैरामीटर हो गया स्पीशीज़ के बेसिस पे बायोडाइवर्सिटी। जिवें असीं कह लईए भी ह्यूमन पॉपूलेशन या ह्यूमन स्पीशीज़ ते एनीमल स्पीशीज़। फिर असीं गल करते हैं विद इन स्पीशीज़।
ਸਪੀਸ਼ੀਜ਼ ਦੇ ਵਿੱਚ ਜੈਨੇਟਿਕ ਲੈਵਲ ਤੇ ਬਾਇਓਡਾਇਵਰਸਿਟੀ ਹੁੰਦੀ ਹੈ। ਜਿਵੇਂ ਅਸੀਂ ਕਹਿੰਦੇ ਆ ਅਫਰੀਕਨ ਟਾਈਗਰ ਹੈ, ਏਸ਼ੀਅਨ ਟਾਈਗਰ ਹੈ, ਜਾਂ ਵਨ ਹੌਰਨਡ ਰਾਈਨੋ ਹੈ, ਜਾਂ ਸੁਮਾਤਰਨ ਰਾਈਨੋ ਹੈ, ਜਾਵਾ ਰਾਈਨੋ ਹੈ ਨਾ, ਉਹ ਹੈ ਤਾਂ ਸਾਰੇ ਰਾਈਨੋ ਦੀਆਂ ਸਪੀਸ਼ੀਜ਼ ਬਟ ਉਹ ਡਿਫਰੈਂਟ ਨੇ। ਉਹ ਇੱਕ ਪੁਆਇੰਟ ਬਾਇਓਡਾਇਵਰਸਿਟੀ ਦਾ ਉਹ ਆ ਗਿਆ, ਠੀਕ ਹੈ ਜੀ। ਇਸੇ ਤਰ੍ਹਾਂ ਇਕੋਸਿਸਟਮ ਦੇ ਲੈਵਲ ਤੇ ਬਾਇਓਡਾਇਵਰਸਿਟੀ ਹੁੰਦੀ ਹੈ, ਠੀਕ ਹੈ ਜੀ। ਸੋ ਇਹ ਮੇਨ 3 ਬਾਇਓਡਾਇਵਰਸਿਟੀ ਨੂੰ ਡਿਫਾਈਨ ਕਰਨ ਦੇ 3 ਪੈਰਾਮੀਟਰਸ ਨੇ, ਤੇ ਇਹ ਵੀ ਵੈਸੇ ਇਨਵਾਇਰਨਮੈਂਟ ਦੀਆਂ ਕਲਾਸਿਸ ਦੇ ਵਿੱਚ ਡਿਟੇਲ 'ਚ ਡਿਸਕਸ ਹੋਊਗਾ ਸਾਰਾ। ਹਾਂਜੀ ਰਕਸ਼ਿਤ ਜੀ ਠੀਕ ਹੈ ਜੀ। 17 SDGs ਨੇ ਟੋਟਲ, ਜਿਹੜੇ 2030 ਤੱਕ ਅਚੀਵ ਕਰਨੇ ਨੇ, 2015 ਤੋਂ 2030 ਤੱਕ ਦਾ ਪੀਰੀਅਡ ਹੈ ਇਹਨਾਂ ਦਾ, ਠੀਕ ਹੈ ਜੀ। ਇਕੋਸਿਸਟਮ ਸਰਵਿਸਿਜ਼ ਵਿਚ ਆਰ ਪ੍ਰੋਵਾਈਡਡ ਬਾਈ ਬਾਇਓਡਾਇਵਰਸਿਟੀ। ਬਾਇਓਡਾਇਵਰਸਿਟੀ ਸਾਨੂੰ ਕਿਹੜੀਆਂ ਇਕੋਸਿਸਟਮ ਸਰਵਿਸਿਜ਼ ਪ੍ਰੋਵਾਈਡ ਕਰਦੀ ਆ? ਬਹੁਤ ਤਰ੍ਹਾਂ ਦੀਆਂ ਸਰਵਿਸਿਜ਼ ਨੇ ਜੀ। ਜਿੱਦਾਂ ਪਹਿਲੀ ਗੱਲ ਤਾਂ ਜਿਵੇਂ ਕਹ ਲਈਏ ਬਾਇਓਡਾਇਵਰਸਿਟੀ ਸਿਰਫ ਐਨੀਮਲਸ ਦੇ ਵਿੱਚ ਜਾਂ ਲਿਵਿੰਗ ਥਿੰਗਸ ਦੇ ਵਿੱਚ ਹੀ ਨਹੀਂ ਹੁੰਦੀ, ਇਹ ਪਲਾਂਟਸ ਦੇ ਵਿੱਚ ਜਾਂ ਜੋ ਸਾਡਾ ਫਲੋਰਾ ਉਹਦੇ 'ਚ ਵੀ ਬਾਇਓਡਾਇਵਰਸਿਟੀ ਆ। ਸੋ ਉਹਦੇ ਨਾਲ ਸਾਨੂੰ ਕਹਿ ਲਓ ਵੀ ਮੋਡਰੇਸ਼ਨ ਆਫ ਕਲਾਈਮੇਟ ਇੱਕ ਸਰਵਿਸ ਹੋ ਗਈ। ਜੇ ਬਾਇਓਡਾਇਵਰਸ ਹੋਊ ਸਾਡਾ ਇਕੋਸਿਸਟਮ, ਸਾਡਾ ਐਨਵਾਇਰਨਮੈਂਟ ਕਹਿ ਲਓ, ਉਹਦੇ 'ਚ ਬਹੁਤ ਸਾਰੀਆਂ ਅਲੱਗ-ਅਲੱਗ ਸਪੀਸ਼ੀਜ਼ ਹੋਣਗੀਆਂ, ਤਾਂ ਕਲਾਈਮੇਟ ਮੋਡਰੇਸ਼ਨ ਦੇ ਵਿੱਚ ਵੀ ਉਹਦਾ ਰੋਲ ਹੋਊ, ਕਲਾਈਮੇਟ ਚੇਂਜ ਨੂੰ ਮਿਟੀਗੇਟ ਕਰਨ ਦੇ ਵਿੱਚ ਰੋਲ ਹੋਊ, ਸਾਨੂੰ ਕੁਛ ਇਕਨੋਮਿਕ ਸਰਵਿਸਿਜ਼ ਪ੍ਰੋਵਾਈਡ ਕਰੂ, ਦੈਨ ਫਲੱਡਸ ਨੂੰ ਮਿਟੀਗੇਟ ਕਰਨ ਦੇ ਵਿੱਚ ਰੋਲ ਹੋਊ, ਠੀਕ ਹੈ ਜੀ। ਮੈਡੀਸਿਨਲ ਪਰਪਸ ਵਾਸਤੇ ਉਹਨਾਂ ਦਾ ਬਹੁਤ ਵੱਡਾ ਰੋਲ ਹੁੰਦਾ। ਸੋ ਇਹ ਸਾਰੀਆਂ ਸਰਵਿਸਿਜ਼ ਨੇ। ਦੈਨ ਸ਼ੇਅਰਿੰਗ ਮੋਨੇਟਰੀ ਐਂਡ ਨਾਨ ਮੋਨੇਟਰੀ ਗੇਨਸ, ਜਿਹੜੇ ਜੈਨੇਟਿਕ ਰਿਸੋਰਸਿਸ ਤੋਂ ਬਾਇਓਡਾਇਵਰਸਿਟੀ ਦੀ ਜਦੋਂ ਗੱਲ ਕਰਦੇ ਹਾਂ, ਜੈਨੇਟਿਕ ਰਿਸੋਰਸਿਸ ਤੋਂ ਜਿਹੜੇ ਮੋਨੇਟਰੀ ਜਾਂ ਨਾਨ ਮੋਨੇਟਰੀ ਰਿਸੋਰਸਿਸ ਨੇ ਉਹਨਾਂ ਨੂੰ ਸ਼ੇਅਰ ਕਰਨਾ ਇੱਕ ਗੋਲ ਹੈ ਇਹਦਾ ਜੀ। ਦੈਨ ਡਿਜੀਟਲ ਸੀਕੁਐਂਸਿੰਗ ਆਫ ਜੈਨੇਟਿਕ ਰਿਸੋਰਸਿਸ। ਦੈਨ ਲਾਸਟ ਇਜ਼ ਰੇਜ਼ਿੰਗ ਰਿਸੋਰਸਿਸ ਫਰੋਮ all countries to close a biodiversity finance gap। ਬਾਇਓਡਾਇਵਰਸਿਟੀ ਨੂੰ ਸਸਟੇਨੇਬਲੀ ਗਰੋ ਕਰਨ ਦੇ ਲਈ ਕਹਿ ਲਓ, ਜਾਂ ਬਾਇਓਡਾਇਵਰਸਿਟੀ ਦੇ ਲਾਸ ਨੂੰ ਮਿਟੀਗੇਟ ਕਰਨ ਦੇ ਲਈ, ਰੋਕਣ ਦੇ ਲਈ ਸਾਨੂੰ ਬਾਇਓਡਾਇਵਰਸਿਟੀ ਫਾਈਨੈਂਸ ਚਾਹੀਦਾ, ਕੁਝ ਫਾਈਨੈਂਸ ਚਾਹੀਦਾ, ਪੈਸਾ ਚਾਹੀਦਾ। ਸੋ ਉਹ ਜੋ ਬਾਇਓਡਾਇਵਰਸਿਟੀ ਫਾਈਨੈਂਸ ਆ ਉਹਦੇ 'ਚ ਬਹੁਤ ਵੱਡਾ ਗੈਪ ਆ, ਅਪਰੋਕਸੀਮੇਟਲੀ $700 ਬਿਲੀਅਨ ਦਾ ਇਹ ਗੈਪ ਆ। ਤੇ ਉਸ ਗੈਪ ਨੂੰ ਕਲੋਜ਼ ਕਰਨ ਦੇ ਲਈ ਆਲ ਮੈਂਬਰ ਨੇਸ਼ਨਸ ਤੋਂ ਜਿਹੜੇ ਰਿਸੋਰਸਿਸ ਨੇ ਉਹ ਰੇਜ਼ ਕੀਤੇ ਜਾਣਗੇ, ਠੀਕ ਹੈ ਜੀ। ਇਹ ਇਹਦੇ 4 ਗੋਲ ਨੇ। ਇਕੋਸਿਸਟਮ ਦੀ ਹੈਲਥ ਤੇ ਇੰਟੈਗ੍ਰਿਟੀ ਨੂੰ ਮੇਨਟੇਨ ਕਰਨਾ, ਇਕੋਸਿਸਟਮ ਸਰਵਿਸਿਜ਼ ਨੂੰ ਮੈਜ਼ਰ ਕਰਨਾ, ਉਹਨਾਂ ਨੂੰ ਵੈਲਿਊ ਕਰਨਾ, ਦੈਨ ਮੋਨੇਟਰੀ ਰਿਸੋਰਸਿਜ਼, ਨਾਨ ਮੋਨੇਟਰੀ ਜੋ ਗੇਨਸ ਹੋ ਰਹੇ ਨੇ ਜੈਨੇਟਿਕ ਰਿਸੋਰਸਿਜ਼ ਤੋਂ ਉਹਨਾਂ ਨੂੰ ਸ਼ੇਅਰ ਕਰਨਾ, ਦੈਨ ਰੇਜ਼ਿੰਗ ਰਿਸੋਰਸਿਜ਼ ਤਾਂ ਕਿ ਬਾਇਓਡਾਇਵਰਸਿਟੀ ਫਾਈਨੈਂਸ ਗੈਪ ਨੂੰ ਕਲੋਜ਼ ਕੀਤਾ ਜਾ ਸਕੇ। ਤੇ ਫਿਰ ਸਾਡੇ ਕੋਲ ਆ ਜਾਂਦੇ ਜਿਹੜੇ ਇਹਦੇ 23 ਟਾਰਗੇਟਸ ਨੇ, ਉਹਨਾਂ ਦੇ ਵਿੱਚੋਂ ਕੁਝ ਇੰਪੋਰਟੈਂਟ ਟਾਰਗੇਟਸ ਨੇ ਸਾਡੇ ਲਈ, ਬਹੁਤ ਇੰਪੋਰਟੈਂਟ ਨੇ, ਵੈਰੀ ਇੰਪੋਰਟੈਂਟ। ਕੀ ਨੇ ਜੀ ਉਹ? ਫਸਟ ਇਜ਼ 30/30, ਵੈਰੀ ਇੰਪੋਰਟੈਂਟ। ਇਹ ਪੇਪਰ 'ਚ ਪੁੱਛਿਆ ਜਾ ਸਕਦਾ ਕਿ 30/30 ਇਜ਼ ਰਿਲੇਟਡ ਟੂ ਵਟ? 30/30 it is a pledge to protect 30% of the world's land and seas by 2030। 2030 ਤੱਕ ਵਿਸ਼ਵ ਦੇ 30% ਜੋ ਲੈਂਡ, ਧਰਤੀ ਹੈ ਜਾਂ ਸਮੁੰਦਰ ਨੇ, ਉਹਨਾਂ ਨੂੰ ਪ੍ਰੋਟੈਕਟ ਕਰਨਾ, ਠੀਕ ਹੈ ਜੀ, 2030 ਤੱਕ। ਦਿਸ ਇਜ਼ what 30/30 means। then protecting indigenous rights in the area to be covered under 30/30, ਕਿਉਂਕਿ 30/30 ਜਦੋਂ ਅਸੀਂ ਕਹਿੰਦੇ ਆ ਵੀ 30% ਲੈਂਡ ਨੂੰ ਸੇਫ ਕਰਨਾ, ਪ੍ਰੋਟੈਕਟ ਕਰਨਾ, ਜਿਹੜੀ ਡੈਮੇਜ ਹੋ ਰਹੀ ਹੈ ਉਹਨੂੰ ਅਸੀਂ ਕੰਜ਼ਰਵ ਕਰਨਾ। ਸੋ ਮਤਲਬ ਉੱਥੇ ਜਿਹੜੇ ਉਸ ਇਲਾਕੇ ਦੇ ਵਿੱਚ ਲੋਕ ਰਹਿ ਰਹੇ ਨੇ, ਉਸ ਏਰੀਏ ਨੂੰ, ਉਸ ਇਲਾਕੇ ਨੂੰ ਪ੍ਰੋਟੈਕਟ ਕਰਨ ਦੇ ਨਾਲ ਨਾਲ ਉੱਥੋਂ ਦੇ ਰਹਿਣ ਵਾਲੇ ਵਸਨੀਕ ਨੇ, ਜੋ ਇਨਹੈਬੀਟੈਂਟਸ ਨੇ, ਉਹਨਾਂ ਦੀਆਂ ਜੋ ਰਾਈਟਸ ਨੇ ਉਹਨਾਂ ਨੂੰ ਪ੍ਰੋਟੈਕਟ ਕਰਨਾ ਵੀ ਇੱਕ ਟਾਰਗੇਟ ਹੈ, ਠੀਕ ਹੈ ਜੀ। ਦੈਨ ਰਿਡਿਊਸਿੰਗ ਦਾ ਓਵਰਆਲ ਰਿਸਕ ਫਰੋਮ ਪੈਸਟੀਸਾਈਡਸ ਐਂਡ ਹਾਈਲੀ ਹੈਜ਼ਾਰਡਸ ਕੈਮੀਕਲਸ ਬਾਈ ਐਟ ਲੀਸਟ ਹਾਫ ਬਾਈ 2030। 2030 ਤੱਕ ਜਿਹੜਾ ਪੈਸਟੀਸਾਈਡਸ ਤੇ ਕੁਝ ਹਜ਼ਾਰਡਸ ਕੈਮੀਕਲਸ ਨੇ ਉਹਨਾਂ ਕਰਕੇ ਜੋ ਨੁਕਸਾਨ ਹੋ ਰਿਹਾ, ਉਸ ਨੁਕਸਾਨ ਨੂੰ ਅੱਧਾ ਕਰਨਾ 2030 ਤੱਕ, ਹਾਫ ਕਰਨਾ, ਠੀਕ ਹੈ ਜੀ। then cutting down environmentally destructive farming subsidies and tackling invasive species। ਜਿਹੜੀਆਂ ਫਾਰਮਿੰਗ ਸਬਸਿਡੀਜ਼ ਨੇ, ਜਿੱਦਾਂ ਅਸੀਂ ਜੇ ਇੰਡੀਆ ਦੀ ਗੱਲ ਕਰੀਏ ਤਾਂ MSP ਹੈ, ਜੋ ਮਿਨੀਮਮ ਸਪੋਰਟ ਪ੍ਰਾਈਜ਼ ਹੈ, ਉਹ ਇੱਕ ਇਜ਼ ਅ ਕਾਈਂਡ ਆਫ ਸਬਸਿਡੀ ਜਿਹੜੀ ਅਸੀਂ ਫਾਰਮਰਸ ਨੂੰ ਦਿੰਦੇ ਹਾਂ, ਠੀਕ ਹੈ ਜੀ। ਉਹ ਇੱਕ ਕਹਿ ਲਓ ਵੀ ਸਾਡੇ ਇਨਵਾਇਰਨਮੈਂਟ ਨੂੰ ਡਿਸਟਰਕਟ ਵੀ ਕਰ ਰਹੀ ਹੈ। ਜਿਵੇਂ ਅਸੀਂ ਜੇ ਇੰਡੀਆ ਦੀ ਗੱਲ ਕਰ ਲਈਏ ਜਾਂ ਪਰਟੀਕੂਲਰਲੀ ਪੰਜਾਬ ਦੀ ਗੱਲ ਕਰ ਲਈਏ,
सानू पता कि पैडी राइस के उपर MSP दिता जाता, जिहदे करके पैडी ते वीट के उपर इफैक्टिवली प्लस शूगर केन, इन्हां तिन्नां क्रॉप्स के उपर इफैक्टिवली जे असीं MSP की गल करते हैं तो इन्हां 3 क्रॉप्स के उपर मिल रहा। गवर्नमेंट अनाउंस करती है मोर देन 20 क्रॉप्स के उपर, बट जो उन्हां दी एक कह लो भी इफैक्टिव तरीके दे नाल इन्हां क्रॉप्स की MSP ते प्रोक्योरमेंट हो रही है, तो वो सिर्फ 3 क्रॉप्स ने, राइस, वीट एंड शूगर केन। तो जे असीं पंजाब की गल कर लें, MSP करके राइस एंड वीट कल्चर ही असीं फॉलो कर रहे हैं, बाकी जिहड़ियां क्रॉप्स ने उन्होंने असीं साइडलाइन कर चुके हैं, जिहदे करके राइस की कल्टीवेशन होने करके साडे इन्वायरमेंट के उपर, साडी सॉइल के उपर, साडे वाटर के उपर, साडी हैल्थ के उपर बहुत नैगेटिव इंपैक्ट्स पैंदे ने। ठीक है जी, वो है इन्वायरमेंटल डिस्ट्रक्शन हुए, उस तरीके नाल ये जो सबसिडीज़ ने इन्वायरमेंटल नूं डिस्ट्रॉय कर रही ने। सो उन्हां नूं घटाउणा ते इनवेजिव स्पीशीज़ जो जिवें कह लो कुछ प्रजातियां ने जिहड़ियां बाहरों आके साडियां लोकल जीव जंतुओं नूं जां लोकल फसलों नूं खराब करते हैं, उन्होंने असीं कहने आ इनवेजिव स्पीशीज़। ठीक है जी, उन्होंने कंट्रोल करना, उन्होंने रोकना, ये भी इन्हां दे टारगेट्स दे विच एक हिस्सा है। जो पैसटीसाइड्स का यूज़ घटाउणा प्लस फार्मिंग सबसिडीज़, इन्हां दोनों चीज़ों नूं इंडिया प्रोटेस्ट कर रहा सी। इंडिया कह रहा सी कि इन्हां नूं इन टारगेट्स आपां ना रखीए, बिकॉज कुछ कंट्रीज़ ने जिन्हां दी कह लो भी जिन्हां दे लई ये ऑबलीगेटरी आ भी उत्थों दीयां कंडीशनस करके कह लो जां उत्थों दे फार्मर्स दे वैलफेयर दे लई कह लो भी उन्हां नूं कुछ सबसिडीज़ देणियां पैंदियां ने, बट इस चीज़ नूं अडोप्ट कर लिया गया, इस टारगेट नूं अडोप्ट कर लिया गया इस फ्रेमवर्क के अंडर। ठीक है जी, दैन फिर असीं गल करते हैं ग्लोबल बायोडाइवर्सिटी फ्रेमवर्क डिमांड्स वेरी इंपॉर्टेंट फ्रॉम द मैंबर नेशंस टू सबमिट अ रिवाइज्ड एंड अपडेटेड नैशनल बायोडाइवर्सिटी स्ट्रैटेजी एंड एक्शन प्लान, क्योंकि हर एक नेशन की अपनी बायोडाइवर्सिटी स्ट्रैटेजी होंदी है, उन्हां दे अपने एक्शन प्लान्स होंदे ने बायोडाइवर्सिटी नूं प्रोटैक्ट करन दे लई, कंजर्व करन दे लई। ठीक है जी, सो ये जो फ्रेमवर्क है मैंबर नेशनस तो डिमांड करता कि जो नैक्सट कॉन्फ्रेंस 2024 दे विच होनी आ, उदों तक सारे मैंबर नेशनस आपो अपने अपडेटेड एक्शन प्लान्स एंड बायोडाइवर्सिटी स्ट्रैटेजीज़ नूं सबमिट करन। ठीक है जी, नैक्सट जो 2024 दे विच कॉन्फ्रेंस ऑफ पार्टीज़ होनी है, दैट इज़ गोइंग टू बी होस्टिड बाय टर्की, वेरी इंपॉर्टेंट। तो 14th कॉन्फ्रेंस ऑफ पार्टीज़ जो 2018 हुई सी, दैट वाज इन शर्म एल शेख इजिप्ट। ठीक है जी, उत्थे हुई सी। फिर आप गल कर लीए ये अंडर जो फाइनेंसिस की गल की गई है, इस फ्रेमवर्क के अंडर जो फाइनेंसिस की गल की गई है वो की है जी, अबाउट फाइनेंसिस प्रपोज्ड अंडर द न्यू फ्रेमवर्क की ने, जिहदा रिच कंट्रीज हैव टू प्रोवाइड एट लीस्ट $20 बिलियन पर ईयर बाय 2025 एंड $30 बिलियन बाय 2030 पर ईयर। मतलब रिच कंट्री जो डेवलप्ड कंट्रीज़ ने उन्होंने $20 बिलियन पर ईयर 2025 तक प्रोवाइड करना इस फ्रेमवर्क को इंप्लीमेंट करने के लिए, प्लस 2030 तक उन्होंने उस तो बाद का जो पीरीयड है 25 के बाद वाला एटलीस्ट $30 बिलियन पर ईयर देना। ठीक है जी, ये भी पूछा जा सकता है, अमाउंट ये फिगर भी पूछी जा सकती है, इंपॉर्टेंट आ, इदां दे पूछे जाते हैं पेपर के क्वेश्चन या इदां दी स्टेटमेंट्स कह लो। दिस इज वॉट इंडिया वॉज डिमांडिंग when it talked about common but differentiated responsibilities, जिन्हों असीं CBDR कहने हैं। India was demanding for common but differentiated responsibilities principle in finance related targets। जिहड़ा CBD ਦੇ अंडर फाइनेंसिस ने इंडिया मंग रहा ਸੀ कि उन्हां फाइनेंसिस ਨੂੰ CBDR प्रिंसीपल ਦੇ अकॉर्डिंग असीं लैके आईए। CBDR कॉमन बट डिफरेंशिएटेड रिस्पॉन्सिबिलिटीज़ की है, CBDR इज़ डिफाइंड एज, ये मतलब ये है भी सारे जो मैंबर नेशनस ने उन्हां दीयां जिम्मेवारियां तां कॉमन ने। ठीक है जी, मतलब जिम्मेवारी कॉमन की है भी असीं बायोडाइवर्सिटी लॉस नूं रोकना जां बायोडाइवर्सिटी कंजरवेशन नूं प्रमोट करना, ये साडा कॉमन रिस्पॉन्सिबिलिटी है। कॉमन बट डिफरेंशिएटेड रिस्पॉन्सिबिलिटी किहड़ी है भी जिहड़े नेशन करके जां जिन्हां दी डिवेलपमेंट करके कुछ डिवेलप्ड नेशनस ने जो अज तो जिवें कह लो पिछले 50-60 सालों जो डिवेलप हो चुके हैं, टैक्नोलॉजिकल एडवांसमेंट, इंडस्ट्रीयल ग्रोथ है ना, मोड्स ऑफ ट्रांसपोर्टेशन कह लो जां डिवेलपमेंट कह लो, इंफ्रास्ट्रक्चर डिवेलपमेंट कह लो, उत्थे बहुत ज़्यादा हुई है, बिकॉज ऑफ विच बायोडाइवर्सिटी फेस द ह्यूज लॉस।
ठीक है जी, ਉਹਦੇ ਕਰਕੇ ਬਾਇਓਡਾਇਵਰਸਿਟੀ ਲॉस ਹੋਈ ਆ, ਬਾਇਓਡਾਇਵਰਸਿਟੀ ਇਫੈਕਟ ਹੋਈ ਆ। ਸੋ ਉਹਨਾਂ ਦੀ ਜ਼ਿੰਮੇਵਾਰੀ ਡਿਵੈਲਪਿੰਗ ਜਾਂ ਲੀਸਟ ਡਿਵੈਲਪਡ ਕੰਟਰੀਜ਼ ਨਾਲੋਂ ਜ਼ਿਆਦਾ ਹੈ, ਕਿਉਂਕਿ ਉਹਨਾਂ ਕਰਕੇ ਨੁਕਸਾਨ ਹੋਇਆ। ਉਹ ਹੈ ਡਿਫਰੈਂਸ਼ੀਏਟਡ ਰਿਸਪੌਂਸਿਬਿਲਿਟੀਜ਼। ਠੀਕ ਹੈ ਜੀ, CBDR is defined as states have common but differentiated responsibilities in view of different contributions to global environmental degradation। मतलब रिस्पॉन्सिबिलिटी कॉमन ये आ कि असीं बायोडाइवर्सिटी नूं कंजर्व करना, बट वो डिफरेंट ये आ कि वो जो कंजर्व करन दे लई साडीआं एफर्ट्स होणगीआं वो एक दूसरे नालों डिफरेंट होणगीआं। काहदे बेसिस ते? जिन्ना असीं इन्वायरमेंटल डिग्रेडेशन कीता, ਜਿਹੜੇ कंट्री ने ज़्यादा इन्वायरमेंटल डिग्रेडेशन किया उसकी रिस्पॉन्सिबिलिटी ज़्यादा हो एज कंपेयर टू अदर नेशनस। दिस इज़ वट CBDR मीनस। तो CBDR प्रिंसीपल वॉज अडोप्टेड अंडर रियो डेक्लेरेशन एट फर्स्ट अर्थ समिट इन 1992। फर्स्ट अर्थ समिट हुई सी जी 1992 दे विच। उस समिट के अंडर जो रियो डी जनेरियो विखे हुई सी उहदे अंडर CBDR का प्रिंसीपल आ जो वो एडोप्ट किया गया सी। ठीक है जी, फिर असीं गल करते हैं जी जो साडा फ्रेमवर्क है ये अंडर एक होर नवीं चीज़ है जी, दैट इज इट क्रिएट्स अ ट्रस्ट फंड। वेरी इंपॉर्टेंट, ट्रस्ट फंड विद इन द ग्लोबल इन्वायरमेंट फैसिलिटी। एक ग्लोबल इन्वायरमेंट फैसिलिटी के अंडर एक ट्रस्ट फंड क्रिएट करने की गल कर रहा, जिन्हों फ्यूचर फंड की फॉर्म के भी देखा जा रहा है कि इज़ अ स्टेप टूवर्ड्स अ न्यू फ्यूचर फंड। ध्यान रखियो, ट्रस्ट फंड ग्लोबल इन्वायरमेंट फैसिलिटी के अंडर डिवेलप करना, क्रिएट करना। ठीक है जी, फिर असीं गल कर लीए ग्लोबल इन्वायरमेंट फैसिलिटी की। वेरी इंपॉर्टेंट, ये भी साडे पेपर लिए बहुत इंपॉर्टेंट आ। हाँ जी सतिंदर बराड़ जी, ठीक ठाक हो? ग्लोबल इन्वायरमेंट फैसिलिटी की गल करिए जी तो इट इज़ द वर्ल्ड्स लार्जेस्ट फंडर ऑफ बायोडाइवर्सिटी प्रोटेक्शन, नेचर रिस्टोरेशन, pollution reduction and climate change response in developing countries। very important। ग्लोबल इन्वायरमेंट फैसिलिटी का जिहड़ा काम आ जी वो डिवेलपिंग कंट्रीज़ नूं फाइनेंस देने, डिवेलपिंग कंट्रीज़ नूं फंड प्रोवाइड करने, काहदे लई? बायोडाइवर्सिटी नूं प्रोटेक्ट करने दे लई, नेचर नूं रिस्टोर करने दे लई, पोल्यूशन नूं रिड्यूस करने दे लई ते क्लाइमेट चेंज नूं मिटिगेट करने दे लई। वो है ग्लोबल इन्वायरमेंट फैसिलिटी का काम। वेरी इंपॉर्टेंट। इट फाइनेंसिस इंटरनेशनल इन्वायरमेंटल कन्वेंशनस एंड कंट्री ड्रिवन इनिशिएटिव्स। ठीक है जी, जो कंट्री बेस्ड इनिशिएटिव्स ने उन्होंने फंड करता है, प्लस कुछ कन्वेंशनस ने ग्लोबल लैवल पे उन्होंने कन्वेंशनस नूं इंप्लीमेंट करने के लिए ग्लोबल इन्वायरमेंट फैसिलिटी फंड्स प्रोवाइड करती है। वेरी इंपॉर्टेंट। GEF बारे तुहानूं पता होना चाहिए, बहुत इंपॉर्टेंट है साडे पेपर लिए। ठीक है जी, फिर असीं इहदी गल कर लईए थोड़ी जी GEF बारे। इट वॉज एस्टैबलिश्ड अहेड ऑफ 1992 रियो अर्थ समिट। 1992 जो रियो अर्थ समिट होया सी उहदे तो पहलां ये बनाई गई सी। ठीक है जी, तो कन्वेंशनस फंडिड बाय GEF किहड़ियां कन्वेंशनस ने जिहड़ियां ग्लोबल इन्वायरमेंट फैसिलिटी फंड करदी है। वेरी इंपॉर्टेंट, ये सानूं सारियां पता होनी चाहिए ने, ये पेपर च पुछियां जा सकदियां ने, पेपर च पुछियां जांदियां ने कि किहड़ियां कन्वेंशनस ने जिन्हां नूं GEF फंड करदा। UNCBD, UNFCCC, UNCCD, United Nations Convention on Biodiversity, United Nations Framework Convention on Climate Change, United Nations Convention to combat desertification ਨੂੰ ਰੋਕਣ ਦੇ ਲਈ convention, then Stockholm Convention on persistent organic pollutants। very important। ਇਹ ਪੇਪਰ 'ਚ ਨਾ ਮੈਚ ਦਾ ਫੋਲੋਇੰਗਸ ਦੇ ਵਿੱਚ ਪੁੱਛੇ ਜਾਂਦੇ ਨੇ ਕਿ ਸਟਾਕਹੋਮ ਕਨਵੈਨਸ਼ਨ ਕਾਹਦੇ ਨਾਲ ਰਿਲੇਟਡ ਆ, ਦੈਨ ਮਿਨਾਮਾਟਾ ਕਨਵੈਨਸ਼ਨ ਕਾਹਦੇ ਨਾਲ ਰਿਲੇਟਡ ਆ। Stockholm Convention is related to persistent organic pollutants। very important। Minamata Convention is related to mercury करके जो pollution हो रहा ਉਹਦੇ ਨਾਲ ਉਹਦੀ ਗੱਲ ਕਰਦਾ जी Minamata Convention। then Montreal Convention ਕਾਹਦੇ related ਆ जी? Montreal Convention is related to substances that deplete ozone layer ਜਾਂ ozone depleting substances ने जो ਉਹਨਾਂ ਦੇ ਨਾਲ ਰਿਲੇਟਡ ਆ ਮੌਂਟਰੀਅਲ ਕਨਵੈਨਸ਼ਨ। ਵੈਰੀ ਇੰਪੋਰਟੈਂਟ। ਇਹਨਾਂ ਸਾਰੀਆਂ ਕਨਵੈਨਸ਼ਨਸ ਨੂੰ ग्लोबल इन्वायरमेंट फैसिलिटी फंड करता, प्लस ये कन्वेंशनस तुहानूं पता होने चाहिए ने, पेपर दे विच पुछियां जा सकदियां ने। ठीक है जी। फिर आ टाइमलाइन ऑफ GEF किमें किमें ये डिवेलप हुई है जी, जां किहड़ियां किहड़ियां कन्वेंशन नूं कदों कदों फंड देन लगी है, वो सारा लिखा 1991 दे विच बनाई गई। दैन
किमें किमें डिवेलप हुई है पढ़ लियो तुसीं अगे, ठीक है जी। फिर असीं इस टॉपिक दे नाल एक दो रिलेटेड टॉपिक्स ने, रिलेटेड रिपोर्ट्स ने, उन्हों की गल करांगे। बट बिफोर दैट तुहाडे लई एक क्वेश्चन है। पहलां तां तुसीं किसी बच्चे ने आंसर नहीं किया क्वेश्चन का, जो क्वेश्चन तुहानूं इस टॉपिक के स्टार्टिंग पूछा गया सी, मैं एक बार दोबारा तुहानूं पुछ लेना, दिखा देना, जरूर इसका आंसर करो। कंसिडर द फॉलोइंग स्टेटमेंट्स एंड चूज करेक्ट ऑप्शन। फर्स्ट, यूनाइटेड नेशंस कन्वेंशन ऑन बायोडाइवर्सिटी एंड यूनाइटेड नेशंस फ्रेमवर्क कन्वेंशन ऑन क्लाइमेट चेंज बट सेट अप अंडर एजेंडा 21। Second, Agenda 21 was adopted under Second Earth Summit. Third, headquarters of UN CBD is located in Nairobi, Kenya. ये दसना है ना जो की ਇਹਦਾ आंसर की आ, जे हले तक ਤੁਹਾਨੂੰ नहीं पता सी ਤਾਂ ਹੁਣ आंसर ਇਹਦਾ ਹੋ ਜਾਣਾ ਚਾਹੀਦਾ, ਬਿਕੋਜ਼ ਇਹਨਾਂ ਦੇ ਵਿੱਚੋਂ ਇੱਕ ਸਟੇਟਮੈਂਟ ਅਸੀਂ ਡਾਇਰੈਕਟਲੀ ਡਿਸਕਸ ਕਰ ਚੁੱਕੇ ਹਾਂ ਤੇ ਜੇ ਤੁਹਾਨੂੰ ਤੁਸੀਂ ਧਿਆਨ ਨਾਲ ਸੁਣਿਆ ਤਾਂ ਤੁਸੀਂ ਇਹਦਾ ਆਨਸਰ ਕਰ ਦੋਗੇ, ਠੀਕ ਹੈ ਜੀ। ਜਰੂਰ ਆਨਸਰ ਕਰੋ ਇਹਦਾ। ਤੇ ਫਿਰ ਜੋ ਇਹਦੇ ਰਿਲੇਟਡ ਇੱਕ ਹੋਰ ਦੋ ਰਿਪੋਰਟਸ ਨੇ, ਇੰਪੋਰਟੈਂਟ ਰਿਪੋਰਟਸ ਨੇ, ये भी साडे लिए पेपर लिए बहुत इंपॉर्टेंट ने जी। किहड़ियां रिपोर्ट्स ने? फर्स्ट इज ग्लोबल बायोडाइवर्सिटी आउटलुक। ये रिपोर्ट कौन पब्लिश करता जी? ग्लोबल बायोडाइवर्सिटी आउटलुक इज पब्लिश्ड बाय इंटर गवर्नमेंटल साइंस पॉलिसी प्लेटफॉर्म ऑन बायोडाइवर्सिटी एंड इकोसिस्टम सर्विसेज, दैट इज IPBES, इंटर गवर्नमेंटल साइंस पॉलिसी प्लेटफॉर्म ऑन बायोडाइवर्सिटी एंड इकोसिस्टम सर्विसेज। ये जो बॉडी आ ये पब्लिश कर दी है ग्लोबल बायोडाइवर्सिटी आउटलुक रिपोर्ट, वेरी इंपॉर्टेंट। एज पर इट अ क्वार्टर ऑफ प्लांट्स एंड एनिमल्स इट असेस्ड फॉर 2019 आर थ्रेटनड। ये बायोडाइवर्सिटी दे रिलेटेड ही है, क्योंकि जो इन्होंने असैस किया 2019 ਦੇ ਵਿੱਚ ਇਹਨਾਂ ਦੀ ਰਿਪੋर्ट आई सी एक, ਉਹਦੇ ਅਕॉर्डिंग जिन्नियां प्लांट ਤੇ एनिमल स्पीशीज़ ਨੂੰ ਇਹਨਾਂ ਨੇ ਅਸੈਸ ਕੀਤਾ ਉਹਦੇ ਚੋਂ ਅਰਾਊਂਡ 25% ਸਪੀਸ਼ੀਜ਼ ਨੇ ਜਿਹੜੀਆਂ ਅੰਡਰ ਥ੍ਰੈਟ ਨੇ, ਠੀਕ ਹੈ ਜੀ। ਦੈਨ ਸੈਕੰਡ ਜੋ ਇੰਪੋਰਟੈਂਟ ਰਿਪੋर्ट ਆ दैट इज लिविंग प्लैनेट रिपोर्ट, वेरी इंपॉर्टेंट। लिविंग प्लैनेट रिपोर्ट इट इज पब्लिश्ड बाय वर्ल्ड वाइल्ड लाइफ फंड, WWF, ठीक है जी। WWF एक बॉडी आ जो लिविंग प्लैनेट रिपोर्ट ਨੂੰ पब्लिश करदा। एज पर इट्स 2022 फिगर्स, जो इसकी लेटेस्ट रिपोर्ट आ ਉਹਦੇ अकॉर्डिंग वाइल्ड लाइफ पॉपुलेशंस हैव सीन a devastating 69% डिक्लाइन ऑन एवरेज सिंस 1970। 1970 ਤੋਂ ਲੈ ਕੇ ਹੁਣ तक लगभग 70% बायोडाइवर्सिटी जो स्पीशीज़ ने वो लॉस हो चुकी ने, ठीक है जी। उन्होंने डिक्लाइन देखा गया 70%। सो ये जो असी रीसेंट फ्रेमवर्क अडोप्ट किया कनमिंग मॉन्ट्रियल ग्लोबल फ्रेमवर्क ऑन बायोडाइवर्सिटी, ये वेरी इंपॉर्टेंट आ, क्योंकि कितना नुकसान बायोडाइवर्सिटी का हो रहा, तो बायोडाइवर्सिटी साडे ह्यूमन एग्जिस्टेंस के लिए भी बहुत जरूरी आ, ठीक है जी। सो ये साडा अज दा टॉपिक सी, सो थोड़ा लेंदी टॉपिक सी, अज एको टॉपिक डिस्कस होया, बाकी होर सी जिहड़े हुण आपां कल दी क्लास करांगे, क्योंकि हुण टाइम हो चुकिया जी। तो जो क्वेश्चन आपां तुहानूं मैं पुछिया सी उदा जो करैक्ट आंसर है जी, जिवें हले भी दो बच्चों ने आंसर किया, दोनों कह रहे हैं वन ओनली। देखो आ तुहानूं मैं हुणे डिस्कस किया, आपां जो डिस्कस कर रहे सी उहदे अंडर आपां कीता कि हैडकुआटर्स और सैक्रेटेरीएट ऑफ UN CBD इज लोकेटेड इन मॉन्ट्रियल कैनेडा। सो थर्ड स्टेटमेंट गलत होगी। जे थर्ड स्टेटमेंट तुहानूं पता गलत आ तां इक्को ऑप्शन बचदी है साडे कोले बी ओनली, बिकॉज थर्ड ऑप्शन ए दे विच भी है, थर्ड स्टेटमेंट सी दे विच भी है, थर्ड स्टेटमेंट डी दे विच भी है। बट थर्ड स्टेटमेंट गलत आ, बिकॉज द सैक्रेटेरीएट और हैडकुआटर ऑफ UN CBD इज लोकेटेड इन मॉन्ट्रियल कैनेडा। सो थर्ड स्टेटमेंट गलत होगी। तो जे थर्ड स्टेटमेंट गलत होगी तो ओनली ऑप्शन दैट लेफ्ट इज बी। तो इसका ठीक आंसर है जी बी। पहलियां दोनों स्टेटमेंट्स ठीक ने। एजेंडा 21 पहलियां दोनों गलत ने। एजेंडा 21 was adopted not at the second, it was adopted at first अर्थ समिट जो 1992 ਦੇ ਵਿੱਚ ਰੀਓ ਡੀ ਜਨੇਰੀਓ ਵਿੱਚ ਹੋਈ ਸੀ, ठीक है जी, ब्राज़ील ਦੇ ਵਿੱਚ। ਤੇ ਜਿਹੜੀ ਸੈਕੰਡ ਅਰਥ ਸਮਿਟ ਹੋਈ ਆ that was in 2012, ਜਿਹਨੂੰ ਅਸੀਂ ਉਹ ਵੀ ਰੀਓ ਡੀ ਜਨੇਰੀਓ ਦੇ ਵਿੱਚ ਹੀ ਹੋਈ ਸੀ, ਉਹ 2012 ਦੇ ਵਿੱਚ ਹੋਈ ਸੀ। ਬਟ ਜੋ ਏਜੰਡਾ 21 ਆ it was adopted at first earth summit of 1992, ठीक है जी। दूसरी ऑप्शन भी गलत आ, तीसरी ऑप्शन भी गलत आ, तो आंसर साडे कोल हैगा ओनली वन। तो हुण साडा जो पंजाब जीके वाली क्लास है जी, उसदे बारे एक थोड़ी जी अनाउंसमेंट है
कि अज साडी पंजाब जीके की क्लास नहीं है, क्योंकि पंजाब हिस्टरी वाला पार्ट साडा कंप्लीट हो चुका है। ये बाद असीं पंजाब कल्चर ते पंजाब जियोग्राफी करनी है, बट उन्होंने थोड़ा जिहा टाइम असीं ब्रेक दे रहे हैं। तो कल तो जो पंजाब जीके की क्लास वाला टाइम सी उत्थे असीं जो भी साडे पंजाब दे न्यूज़पेपर्स ने, चाहे वो पंजाबी ट्रिब्यून आ जां अजीत आ, उन्हां दे विचों जो पंजाब रिलेटेड कुछ एडिटोरीअल्स आउंदे ने उन्हां दी डिस्कशन करांगे, सो दैट साडे मेन्स दे लई पंजाब स्पैसीफिक कुछ टॉपिक्स ने जिहड़े ਉਹ ਅਸੀਂ ਵਧੀਆ तरीके ਨਾਲ कवर कर ਸਕੀਏ, ਤੁਹਾਨੂੰ ਉਹਨਾਂ ਦੀ ਵਧੀਆ ਅੰਡਰਸਟੈਂਡਿੰਗ ਹੋ ਸਕੇ। ਸੋ ਕੱਲ ਤੋਂ ਜਿਹੜੀ ਸਾਡੀ ਪੰਜਾਬ ਜੀਕੇ ਵਾਲੀ ਕਲਾਸ ਸੀ ਉੱਥੇ ਪੰਜਾਬ ਜੀਕੇ ਦੀ ਥਾਂ ਤੇ ਅਸੀਂ ਪੰਜਾਬ ਦੇ ਐਡੀਟੋਰੀਅਲਸ ਨੂੰ ਡਿਸਕਸ ਕਰਾਂਗੇ, ਠੀਕ ਹੈ ਜੀ। ਤੇ ਪੰਜਾਬ ਕਲਚਰ ਤੇ ਪੰਜਾਬ ਜਿਓਗ੍ਰਾਫੀ ਵਾਲਾ ਜਿਹੜਾ ਪਾਰਟ ਆ ਉਹ ਫਿਰ ਆਪਾਂ 5-7-10 ਦਿਨਾਂ ਦੇ ਬਾਅਦ ਜਦੋਂ ਵੀ ਟਾਈਮ ਉਸ ਤਰ੍ਹਾਂ ਬਣਿਆ ਤਾਂ ਉਹ ਕਲਾਸਿਸ ਵੀ ਤੁਹਾਨੂੰ ਪ੍ਰੋਵਾਈਡ ਕੀਤੀਆਂ ਜਾਣਗੀਆਂ, ਠੀਕ ਹੈ ਜੀ। सो मैं तुहानूं फिर कह रहा जो अज की क्लास आपां डिस्कस किया UNCBD बारे बहुत इंपॉर्टेंट आ। इस क्लास नूं दोबारा देख लो जे कुछ समझ नहीं आया, अदरवाइज इहदी PDF तुहानूं मिल जानी, वो PDF अपने कोले ध्यान नाल पढ़ के ध्यान नाल पढ़ो, अपने कोले रखो उहनूं। जदों भी CBD बारे तुहानूं कुछ पढ़ना चाहुंदे हो तो उस PDF चों पढ़ लो, तुहानूं जो पेपर लई रैलेवेंट आ वो सारा कुछ इहदे च मिल जाना, ठीक है जी। सो अज की क्लास साडी इन्नी सी, जो टॉपिक्स बचे ने उन्हां नूं असीं कल डिस्कस करांगे। सो थैंक यू जी, मिलते हैं कल नूं पंजाब साडे करंट अफेयर्स की क्लास के नाल, प्लस पंजाब के कुछ एडिटोरीअल्स के नाल आपां जो 9 बजे वाली क्लास आ उहदे च आपां पंजाब के एडिटोरीअल्स डिस्कस करांगे, ठीक है जी। थैंक यू जी।